ਕਿਸਾਨੀ ਅੰਦੋਲਨ ਲੈ ਕੇ ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਦੀ ਜਿਹੜੀ ਗੱਲਬਾਤ ਜਾਰੀ ਸੀ ਉਹ ਉਸ ਸਮੇਂ ਆ ਕੇ ਟੁੱਟ ਗਈ ਹੈ ਜਦ ਅਸੀਂ ਸੰਵਿਧਾਨ ਦਿਵਸ ਮਨਾਉਣਾ ਮਤਲਬ ਅਸੀਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਾਂ। ਇਹ ਅੰਦੋਲਨ ਦਾ ਜਿੱਤ ਹੋਏਗੀ ਹਾਰ ਹੋਏਗੀ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਕਿਸਾਨਾਂ ਦੀ ਜਿਹੜੀ ਮੰਗ ਆ ਇਹ ਕਿੰਨੀ ਜਾਇਜ਼ ਹੈ, ਕਿਉਂਕਿ ਭਾਰਤ ਸਰਕਾਰ ਵੀ ਸੋਧਾਂ ਕਰਨ ਨੂੰ ਤਿਆਰ ਆ ਕਿ ਮਤਲਬ ਉਹ ਸਰਕਾਰ ਵੀ ਮੰਨਦੀ ਆ ਕਿ ਜਿਹੜੇ ਬਿੱਲ ਬਣੇ ਸੀ ਉਹਦੇ 'ਚ ਵੱਡੀਆਂ ਕਮੀਆਂ ਨੇ ਅਤੇ ਕਿਸਾਨ ਕਹਿੰਦੇ ਕਿ ਉਹ ਕਮੀਆਂ ਨਹੀਂ, ਉਹ ਬਿੱਲ ਹੀ ਰੱਦ ਕੀਤੇ ਜਾਣ। ਬਹੁਤ ਸਾਰੇ ਮੁੱਦਿਆਂ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਸਮੇਂ ਨੇ ਪੰਜਾਬ ਸਰਕਾਰ ਤੋਂ ਉੱਚ ਅਹੁਦੇ ਤੋਂ ਰਿਟਾਇਰਡ ਹੋਏ ਸੀਨੀਅਰ IAS ਆਫਿਸਰ ਸ਼੍ਰੀ TR ਸਰੰਗਲ ਸਾਹਿਬ ਉਹਨਾਂ ਨਾਲ। ਸਰ, ਪਹਿਲੀ ਗੱਲ ਕਿਸਾਨੀ ਅੰਦੋਲਨ ਕਰੀਬ 2 ਮਹੀਨੇ ਹੋ ਚਲੇ, 147 ਤੋਂ ਵੱਧ ਕਿਸਾਨ ਸ਼ਹਾਦਤ ਵੀ ਹੋਈ ਆ। ਇਸ ਪੂਰੇ ਅੰਦੋਲਨ ਨੂੰ ਕਿਵੇਂ ਦੇਖਦੇ? ਇਸ ਅੰਦੋਲਨ ਦਾ ਜਗਤਾਰ ਜੀ ਕਿ ਪਹਿਲੀ ਵਾਰ ਜਿਹੜੀ ਹੈਗੀ ਹੈ ਕਿ ਜਿਹੜੇ ਛੋਟੇ ਛੋਟੇ ਕਿਸਾਨ, ਹਾਲੀ, ਮਿਡਲ ਲੈਵਲ ਦੇ ਵੀ ਅਤੇ ਉਸ ਤੋਂ ਉੱਪਰ ਵੀ ਜਿਹੜੇ ਲੋਕ ਨੇ, ਅਤੇ ਉਸ ਤੋਂ ਇਲਾਵਾ ਜਿਹੜੇ ਕਿਸਾਨ ਨਹੀਂ ਵੀ ਹਨ ਪੰਜਾਬ ਦੇ ਅੰਦਰ, ਉਹ ਸਾਰਿਆਂ ਨੇ ਇਕੱਠੇ ਹੋ ਕੇ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਉਹ ਪੁਖਤਾ ਤੌਰ 'ਤੇ ਵਿਰੋਧ ਕੀਤਾ ਹੈਗਾ। ਅਤੇ ਇਹ ਐਜੀਟੇਸ਼ਨ ਜਿਹੜੀ ਹੈਗੀ ਹੈ ਇੰਨੀ ਸੌਖੀ ਨਹੀਂ ਹੈ, ਜਦ ਕਿ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਇੰਨੀ ਠੰਡ ਹੈ ਔਰ ਉਹਨੂੰ ਸਸਟੇਨ ਕਰਨਾ ਇੱਕ ਜਿਹੜੀ ਮੂਵਮੈਂਟ ਹੈਗੀ ਹੈ ਉਸ ਨੂੰ ਕਰਨਾ ਇੱਕ ਬਹੁਤ ਔਖਾ ਹੁੰਦਾ ਹੈ। ਔਰ ਸ਼ਾਇਦ ਸਰਕਾਰ ਨੂੰ ਇਹ ਲੱਗਦਾ ਹੋਏਗਾ ਵੀ ਕੁਛ ਲੋਕ ਆਏ ਨੇ, ਪਹਿਲੇ ਵੀ ਐਜੀਟੇਸ਼ਨਾਂ ਹੁੰਦੀਆਂ ਨੇ, ਠੰਡ ਹੋਏਗੀ, ਕਣਕਾਂ ਨੂੰ ਪਾਣੀ ਲਾਉਣ ਦਾ ਅੱਗੇ ਅਤੇ ਯੂਰੀਆ ਪਾਉਣ ਦਾ ਟਾਈਮ ਆ ਜਾਣਾ, ਆਪੇ ਉੱਠ ਜਾਣਗੇ। ਉਹਨਾਂ ਦੀ ਉਹ ਕੈਲਕੂਲੇਸ਼ਨ ਜਿਹੜੀ ਹੈ ਉਹ ਗਲਤ ਸਾਬਤ ਹੋਈ ਹੈ। ਔਰ ਮੈਨੂੰ ਇਹ ਲੱਗਦਾ ਹੈਗਾ ਕਿ ਵੀ ਜਿਸ ਹਿਸਾਬ ਨਾਲ ਹੁਣ ਬੜੇ ਐਡਵਾਂਸ ਲੈਵਲ 'ਤੇ ਇੱਥੇ ਚਰਚਾ ਹੋਈ ਹੈ ਔਰ ਇੱਕ ਲੋਕਾਂ ਦਾ ਜਿਹੜਾ ਹੈਗਾ ਆ, ਮੈਂ ਤੈਨੂੰ ਰਿਵੋਲਟ ਕਹਾਂਗਾ ਇਹਨਾਂ ਲੌਜ਼ ਦੇ ਖਿਲਾਫ, ਇਹ ਜਿਹੜੇ ਅਤੇ ਇਹ ਜਿਹੜੇ ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਇਹ 'ਤੇ ਝੁਕਣਾ ਹੀ ਪਏਗਾ। ਬਾਕੀ ਇਹ ਕਿ ਜਦੋਂ ਸਟੈਂਡ ਲਏ ਜਾਂਦੇ ਨੇ, ਉਹ ਕਈ ਵਾਰੀ ਹੁੰਦਾ ਸਟੈਂਡ ਬਹੁਤ ਹੁੰਦੇ ਨੇ, ਉਹਨੂੰ ਨੈਰੋ ਡਾਊਨ ਕਰਕੇ ਉਮੀਦ ਹੈ ਕਿ ਮੈਨੂੰ ਥੋੜ੍ਹਾ ਬਹੁਤ ਇਹਦਾ ਹੱਲ ਜਿਹੜਾ ਹੈ ਨਿਕਲ ਆਏਗਾ। ਮੈਂ ਆਲਰੇਡੀ ਜਿਹੜਾ ਹੈਗਾ ਹਾਲੀਆਂ ਨੂੰ ਕਾਂਗਰੈਚੂਲੇਟ ਐਡਵਾਂਸ 'ਚ ਵੀ ਕਰ ਦੇਣਾ ਚਾਹੁੰਦਾ ਅੱਜ ਹੀ ਹੁਣੇ ਹੀ, ਕਿਉਂਕਿ ਇਖਲਾਕੀ ਤੌਰ 'ਤੇ, ਮੋਰਲ ਤੌਰ 'ਤੇ ਕਿਸਾਨ ਆਲਰੇਡੀ ਜਿੱਤ ਚੁੱਕੇ ਨੇ। ਸਰਕਾਰ ਜਿਹੜੀ ਕਹਿੰਦੀ ਸੀ ਕਿ ਜੀ ਇਹ ਬਿੱਲ ਤਾਂ ਵਾਪਸ ਨਹੀਂ ਹੋਣਗੇ, ਕਿਸਾਨਾਂ ਦੇ ਭਲੇ 'ਚ ਨੇ, ਅੱਜ ਉਹੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਜੀ ਇਹਨਾਂ ਨੂੰ 1.5-2 ਸਾਲ ਲਈ ਅਜੇ ਅੱਗੇ ਪਾ ਦਿੰਦੇ ਹਾਂ, ਅਸੀਂ ਇਸ ਦੀ ਪੜਚੋਲ ਕਰ ਲੈਂਦੇ ਹਾਂ ਇਹ ਸਾਰੇ ਕਾਨੂੰਨ ਦੀ, ਅਤੇ ਦੁਬਾਰਾ ਪਾਰਲੀਮੈਂਟ ਕੋਲ ਕਮੇਟੀ ਵਗੈਰਾ ਬਣਾ ਕੇ ਅਤੇ ਇਹਨੂੰ ਜਿਹੜੀਆਂ ਤਰਮੀਮਾਂ ਕਰ ਦਾਂਗੇ। ਇਹ ਇੱਕ ਬੜੀ ਵੱਡੀ ਭਾਰੀ ਗਿਆ ਹੈਗਾ ਕਿ ਇਹ ਕਾਨੂੰਨ ਗਲਤ ਨੇ। ਤੁਸੀਂ ਕਿਹਾ ਕਿ ਮੌਲਿਕ ਤੌਰ 'ਤੇ ਕਿਸਾਨ ਜਿੱਤ ਚੁੱਕੇ ਨੇ, ਮਤਲਬ ਜਿਹੜੇ ਅੰਦੋਲਨ ਨੇ ਜਾਂ ਇਤਿਹਾਸ ਦੇ ਵਿੱਚ ਅਸੀਂ ਝਾਤੀ ਮਾਰੀਏ ਉਹ ਅੰਦੋਲਨ ਕਾਮਯਾਬ ਹੋ ਗਏ ਜਿਹਦੇ 'ਚ ਸਟੇਕ ਹੋਲਡਰ ਰਹੇ ਨੇ। ਹਮੇਸ਼ਾ ਹੀ ਇਹ ਹੈ ਕਿ ਜਿਹਦੇ 'ਚ ਸਟੇਕ ਹੋਲਡਰ ਲਫ਼ਜ਼ ਯੂਜ਼ ਕਰਦਾ, ਜਿਹੜੇ ਲੋਕਾਂ ਨੂੰ ਸੇਕ ਲੱਗਦਾ ਹੈਗਾ, ਜਦੋਂ ਉਹ ਉਸ ਮੂਵਮੈਂਟ ਦੇ ਨਾਲ ਆਉਂਦੇ ਨੇ ਉਹੀ ਮੂਵਮੈਂਟਾਂ ਜਿੱਤੀਆਂ ਨੇ ਅੱਗੇ ਜਾ ਕੇ। ਜਿਹਦੇ 'ਚ ਸਟੇਕ ਹੋਲਡਰ ਨਹੀਂ ਹੁੰਦੇ, ਜਾਂ ਇੱਕ ਜਿੱਦਾਂ ਮੋਰਲ ਸਪੋਰਟ ਹੈ ਜਾਂ ਉੱਦਾਂ ਦੂਜੀ ਸਪੋਰਟ, ਉਹ ਵੱਖਰੀ ਹੁੰਦੀ ਹੈ। ਲੇਕਿਨ ਜਿਨ੍ਹਾਂ ਨੇ ਆਪਣੇ ਸੀਨੇ 'ਤੇ ਸਹਿਣਾ ਹੈ ਇਹਨਾਂ ਕਾਨੂੰਨਾਂ ਦੀ ਸੇਕ ਨੂੰ, ਇਹਨੂੰ ਅੱਗ ਨੂੰ, ਉਹ ਭਾਰੀ ਗਿਣਤੀ ਦੇ ਵਿੱਚ ਆਪਣਾ ਮੰਜੀ ਬਿਸਤਰਾ ਜੁੱਲੀ ਠੰਡ 'ਚ ਵੀ ਬੈਠੇ ਨੇ, ਉੱਥੇ ਟਰਾਲੀਆਂ ਦੇ ਵਿੱਚ ਸੁੱਤੇ ਨੇ, ਟਰਾਲੇ ਦੇ ਥੱਲੇ ਸੁੱਤੇ ਨੇ, ਠੰਡੇ ਪਾਣੀ ਨਾਲ ਨਹਾ ਰਹੇ ਨੇ, ਵਿਛਾੜਾਂ ਪਾਣੀ ਦੀਆਂ ਜਦ ਉੱਥੇ ਸੁੱਟੀਆਂ ਗਈਆਂ ਕਿ ਕਿੰਨਾ ਔਖਾ ਹੁੰਦਾ, ਉਹਦੇ ਸਾਹਮਣੇ ਵੀ ਉਹ ਖੁਸ਼ੀ ਮਨਾ ਰਹੇ ਨੇ। ਉਹ ਤਾਂ ਕਹਿੰਦੇ ਜੀ ਭੰਗੜੇ ਪਾ ਰਹੇ ਨੇ, ਯੈਸ ਦੇ ਸੇ ਕਿ ਯੈਸ। ਮਤਲਬ ਇਸ ਹੱਦ ਤੱਕ ਜਿਹੜਾ ਹੈਗਾ ਇਹ ਐਜੀਟੇਸ਼ਨ 'ਚ ਸਟੇਕ ਹੋਲਡਰ ਨੇ ਆਪਣਾ ਹੌਸਲਾ ਦਿਖਾਇਆ। ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਵੀ ਕੋਈ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਅਤੇ ਤਾਂ ਸਰਕਾਰ ਝੁਕਦੀ। ਸਰਕਾਰ ਹੁਣ ਅੱਜ ਜਿਹੜੀ ਇਹਨਾਂ ਨੇ ਆਫਰ ਦਿੱਤੀ ਹੈਗੀ ਆ ਉਹ ਇਸ ਕਰਕੇ ਝੁਕੀ ਕਿ ਸਰਕਾਰ ਨੇ ਖੁਦ ਰਿਅਲਾਈਜ਼ ਕੀਤਾ ਹੈ ਕਿ ਕਾਨੂੰਨ ਇਹ ਗਲਤ ਨੇ, ਔਰ ਅਗਰ 1.5 ਜਾਂ 2 ਸਾਲ ਲਈ
ਇਹ ਅੱਗੇ ਪੈਂਦੇ ਨੇ ਤੇ ਕਾਨੂੰਨ ਤਾਂ ਫਿਰ ਦੁਬਾਰਾ ਹੀ ਬਣੇਗਾ। ਬਾਕੀ ਜਿਹੜੇ ਸਟੈਂਡ ਹੁੰਦੇ ਨੇ ਐਜੀਟੇਟਰਸ ਦੇ ਅਤੇ ਜਾਂ ਸਰਕਾਰੀ ਪੱਖ ਦੇ, ਸਰਕਾਰ ਦਾ ਵੀ ਕਈ ਵਾਰੀ ਹੋਰ ਢੰਗ ਨਾਲ ਸੋਚਿਆ ਜਾਂਦਾ ਕਿ ਅੱਜ ਇਹ ਕਾਨੂੰਨ ਗਿਆ ਅਤੇ ਕੱਲ੍ਹ ਦੂਜੇ ਜਾਣਗੇ, ਲੇਕਿਨ ਆਲਰੇਡੀ ਸਰਕਾਰ ਇਸ ਇਸ਼ੂ 'ਤੇ ਲੂਜ਼ ਕਰ ਚੁੱਕੀ ਹੈ। ਉਹਦੇ ਹੁਣ ਡਿਫਰੈਂਸ ਜਿਹੜੇ ਨੇ ਮੈਨੂੰ ਇਹ ਲੱਗਦਾ ਹੈ ਕਿ 1-2 ਦਿਨ 'ਚ ਨੈਰੋ ਡਾਊਨ ਹੋਣੇ ਨੇ। ਉਹਦੇ ਦਾ ਕੋਈ ਨਾ ਕੋਈ ਪੁਖਤਾ ਜਿਹੜੇ ਸਟੇਕ ਹੋਲਡਰ ਨੇ, ਹਾਲੀ ਨੇ, ਉਹ ਇੱਕ ਜਿੱਤ ਵੱਲ ਵੱਧਦੇ ਹੋਏ ਇਹ ਵਾਪਸ ਐਜੀਟੇਸ਼ਨ ਜਿਹੜੀ ਮੁੱਕਣ ਦੀ ਉਮੀਦ ਮੈਨੂੰ ਲੱਗਦੀ ਹੈ। ਇਹ 26 ਜਨਵਰੀ ਦੀ ਪਰੇਡ ਤੋਂ ਬਾਅਦ ਹੋਏਗਾ ਸਾਰਾ ਕੁਝ। ਸਰ, ਕਿਉਂਕਿ ਤੁਸੀਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਔਰ ਤੁਸੀਂ ਰਿਟਾਇਰਡ ਸੀਨੀਅਰ IAS ਆਫਿਸਰ ਜੇ, ਲਾਜ਼ਮੀ ਤੌਰ 'ਤੇ ਪੰਜਾਬ ਦੇ ਬਹੁਤ ਸਾਰੇ IAS ਅਫਸਰਾਂ ਨੇ ਇਸ ਅੰਦੋਲਨ ਦਾ ਸਾਥ ਦਿੱਤਾ ਗਾ, ਸਿੰਘੂ ਬਾਰਡਰ 'ਤੇ ਵੀ ਗਏ ਨੇ, ਮਦਦ ਵੀ ਕਰ ਰਹੇ ਨੇ, ਕਿਉਂਕਿ ਤੁਸੀਂ ਖੁਦ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਏਗਾ, ਪੜਚੋਲ ਕਰਦੇ ਰਹੇ ਡੂਰਿੰਗ ਸਰਵਿਸ। ਇਹ ਵਾਕਈ ਬਿੱਲ ਨੂੰ ਅਗਰ ਕਲੌਜ਼ ਵਾਈਜ਼ ਦੇਖੀ ਹੈਗੇ ਅਤੇ ਲੋਕ ਹਿੱਤ ਦੇ ਵਿੱਚ ਨਹੀਂ ਹੈ ਜੀ? ਇਹ ਭੁੱਲਰ ਸਾਹਿਬ ਬਿਲਕੁਲ ਵੀ ਨਹੀਂ ਹੈਗਾ। ਇਹਦੇ ਉੱਤੇ ਨਾ ਬਹੁਤ ਭਾਰੀ ਚਰਚਾ ਹੋ ਚੁੱਕੀ ਹੈ। ਸਾਡੇ ਜਿਹੜੇ ਇੰਟਲੈਕਚੁਅਲ ਦੇ ਫੋਰਮ ਨੇ, ਸਾਡੇ ਸਿਵਲ ਸਰਵਿਸ ਦੇ ਫੋਰਮ ਨੇ, ਸਾਡੇ ਰਿਟਾਇਰਡ ਆਫਿਸਰ ਦੇ ਫੋਰਮ ਨੇ, ਕੌਨਸਟੀਟਿਊਸ਼ਨਲ ਸਾਡੇ ਗਰੁੱਪ ਨੇ, ਉਹਦੇ 'ਚ ਵੀ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਇਹਦੇ ਸੰਬੰਧ ਵਿੱਚ ਲਿਖੀ ਗਈ ਹੈਗੀ ਹੈ ਸਿਆਣੇ ਬੰਦਿਆਂ ਨੇ। ਇਹ ਉਹਦੇ ਵਿੱਚ ਨਹੀਂ ਹੈ। ਇਹ ਜਿਹੜੀ, ਅਗਰ ਮੈਂ ਪਹਿਲੀ ਵੀ ਇੰਟੂ ਜਿਹੜੀ CPC TV ਕੋਲ ਵੀ ਦਿੱਤੀ ਸੀਗੀ, ਉਹਦੇ 'ਚ ਵੀ ਇਹ ਕਿਹਾ ਸੀਗਾ ਕਿ ਇਹ ਜਿਹੜੇ ਤਿੰਨੋਂ ਬਿੱਲ ਨੇ ਇਹਨਾਂ ਨੂੰ ਸਾਹਮਣੇ ਰੱਖ ਕੇ ਕਲਾਸ ਬਾਈ ਕਲਾਸ ਪੜ੍ਹਿਆ ਜਾਵੇ ਔਰ ਇਹ ਦੇਖਿਆ ਜਾਵੇ ਕਿ ਕਿੱਥੇ ਕਿੱਥੇ ਇਹ ਸਟੇਕ ਹੋਲਡਰ ਨੂੰ ਅਫੈਕਟ ਕਰਦੇ ਪਏ ਨੇ। ਔਰ ਮੇਰਾ ਖਿਆਲ ਹੈ ਕਿ ਹੁਣ ਹੌਲੀ ਹੌਲੀ ਇਹ ਉਹਦੇ ਨੇੜੇ ਤੇੜੇ ਜਿਹੜਾ ਹੈਗਾ ਇਹ ਗੱਲ ਪਹੁੰਚਦੀ ਪਈ ਹੈ ਔਰ ਸਰਕਾਰ ਨੇ ਰਿਅਲਾਈਜ਼ ਕਰ ਲਿਆ, ਜਿੱਦਾਂ ਮੈਂ ਪਹਿਲੇ ਵੀ ਦੱਸਿਆ, ਕਿ ਇਹਦਾ ਹੁਣ ਕੋਈ ਨਾ ਕੋਈ ਰਸਤਾ ਜਿਹੜਾ ਹੈਗਾ, ਇੱਕ ਰਸਤਾ ਨਿਕਲੇਗਾ। ਔਰ ਇਹ ਜਿਹੜਾ ਹੈਗਾ ਇਹ ਕਾਨੂੰਨਾਂ ਦੀ ਇਹ ਜਿਹੜੀ ਪੋਸਟਪੋਨਮੈਂਟ ਹੈ ਕਾਨੂੰਨਾਂ ਦੀ, ਅਖੀਰ 'ਤੇ ਇਹ ਵਾਪਸੀ ਹੀ ਸਾਬਤ ਹੋਏਗੀ। ਔਰ ਸਟੇਕ ਹੋਲਡਰ ਜਿਹੜੇ ਬੈਠੇ ਨੇ, ਜਿਹੜੇ ਕਹਿ ਰਹੇ ਨੇ ਕਿ ਅਸੀਂ ਇਹਦੀ ਵਾਪਸੀ ਤੱਕ ਵਜੇਦਾਂ, ਇਹ ਵਾਪਸੀ ਹੋਏਗੀ, ਇਹ ਵਾਪਸੀ ਹੀ ਹੋਣੀ ਹੈ। ਹੋਰ ਦਾ ਰਸਤਾ ਕੋਈ ਹੋਰ ਹੈ ਨਹੀਂ ਗਾ। ਕਿ ਇਸ ਅੰਦੋਲਨ ਲੈ ਕੇ ਸਰਕਾਰ ਲੂਜ਼ ਕਰ ਚੁੱਕੀ ਹੈ, ਲੇਕਿਨ ਕਿਉਂਕਿ ਇੱਕ ਪੋਲੀਟੀਕਲ ਜਮਾਤ ਹੈ ਜਿਹੜੀ ਲਗਾਤਾਰ ਸੈਂਟਰ ਦੇ ਵਿੱਚ 2 ਵਾਰ ਸਰਕਾਰ ਬਣਾ ਚੁੱਕੇ ਨੇ, 303 ਉਹਨਾਂ ਦੀਆਂ ਇਸ ਟਾਈਮ ਸੀਟਾਂ ਨੇ, ਗਠਬੰਧਨ ਵੀ, ਗਠਜੋੜ ਵੀ ਟੁੱਟ ਚੁੱਕੇ ਨੇ, ਜਿਹੜੇ ਕਿ ਲੂਜ਼ ਕਰ ਚੁੱਕੇ ਨੇ। ਪਰ ਲੱਗਦਾ ਨਹੀਂ ਕੋਈ ਪੋਲੀਟੀਕਲ ਤੌਰ 'ਤੇ ਉਹਨਾਂ ਦਾ ਕੋਈ ਨੁਕਸਾਨ ਹੋਵੇ, ਉਸ ਚੀਜ਼ ਨੂੰ ਲੈ ਕੇ ਹੀ ਇਹ ਲਿੰਗਰ ਰਾਉਂਡ ਕੀਤਾ ਜਾ ਰਿਹਾ ਜੀ। ਮਸਲਾ ਤਾਂ ਜਗਤਾਰ ਜੀ ਹੈ ਕਿ ਹਰ ਇਸ਼ੂ ਦੇ ਨੂੰ ਅਸੀਂ ਜਿਹੜਾ ਹੈਗਾ ਰੀਸੈਂਟ ਟਾਈਮ ਦੇ ਵਿੱਚ ਅਸੀਂ ਪਾਰਟੀਆਂ ਨੇ ਪੋਲੀਟੀਕਲ ਨਜ਼ਰੀਏ ਤੋਂ ਹੀ ਦੇਖਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਚਾਹੇ ਉਹ ਪੰਜਾਬ ਦੇ ਹਾਲਾਤ ਸੀ, ਚਾਹੇ ਉਹ ਆਪਰੇਸ਼ਨ ਬਲੂ ਸਟਾਰ ਸੀਗਾ, ਅਤੇ ਚਾਹੇ ਹੋਰ ਰੀਸੈਂਟ ਜਿਹੜੀਆਂ ਚੇਂਜਿਸ ਹੋਈਆਂ ਨੇ ਕਾਨੂੰਨਾਂ ਦੇ ਵਿੱਚ ਆਪਾਂ ਦੇਖੀਆਂ ਨੇ। ਇਹਦਾ ਜਿਹੜਾ ਪ੍ਰਾਈਮ ਮੋਟਿਵ ਹੈ ਜਿਹੜੀਆਂ ਪਾਰਟੀਆਂ ਰੂਲ 'ਚ ਹੁੰਦੀਆਂ ਨੇ ਉਹਨਾਂ ਦਾ ਹੈ ਕਿ ਅਸੀਂ ਪੋਲੀਟੀਕਲੀ ਇਹਨੂੰ ਕਿੱਦਾਂ ਬਣਾਵਾਂਗੇ। ਅਤੇ ਇਹ ਜਿਹੜੀ ਐਜੀਟੇਸ਼ਨ ਹੈ ਇਹਨੂੰ ਬਣਾਉਣ 'ਚ ਸ਼ਾਇਦ ਕਿਤੇ ਨਾ ਕਿਤੇ ਰੂਲਿੰਗ ਪਾਰਟੀ ਗਲਤੀ ਕਰ ਗਈ ਹੈ। ਹੁਣ 4 ਸਟੇਟਾਂ ਦੀ ਜਿਹੜੀ ਇਲੈਕਸ਼ਨ ਹੋਣ ਵਾਲੀ ਹੈ। ਹੁਣ ਤੁਸੀਂ ਦੇਖਿਆ ਕਿ ਜਿਹੜੀ ਹੈ ਈਵਨ ਕੋਵਿਡ ਵਾਲਾ ਵੀ ਆਪਾਂ ਨੇ ਕੇਸ, ਮੈਨੂੰ ਨਹੀਂ ਪਤਾ ਕਿੱਦਾਂ ਘਟ ਗਏ ਨੇ ਅਚਾਨਕ, ਅਤੇ ਦਵਾਈ ਵੀ ਆ ਗਈ ਹੈ ਅਤੇ ਦਵਾਈ ਦੀ ਜਿਹੜੀ ਪਬਲਿਸਿਟੀ ਕੀਤੀ ਜਾ ਰਹੀ ਹੈ ਉਸ ਨੂੰ ਵੀ ਬਣਾਇਆ ਜਾ ਰਿਹਾ। ਹਾਲਾਂਕਿ ਸਿੰਪਲ ਇੱਕ ਵੈਕਸੀਨੇਸ਼ਨ ਹੈਗੀ ਆ ਲੋਕਾਂ ਨੂੰ ਸੇਵ ਕਰਨ ਲਈ, ਲੇਕਿਨ ਉਸ ਨੂੰ ਵੀ ਬੜੇ ਤਰੀਕੇ ਨਾਲ ਬਣਾਇਆ ਜਾ ਰਿਹਾ। ਇਸੇ ਤਰ੍ਹਾਂ ਸ਼ਾਇਦ ਇਸ ਕਾਨੂੰਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਪਾਸਾ ਜਿਹੜਾ ਹੈਗਾ ਉਲਟਾ ਪੈ ਗਿਆ। ਹੁਣ ਸਰਕਾਰ ਨੂੰ ਮਹਿਸੂਸ ਹੋਇਆ ਕਿ ਅਸੀਂ ਗਲਤੀ ਕਰ ਚੁੱਕੇ ਹਾਂ, ਪਰ ਕਿਉਂਕਿ 4 ਸਟੇਟਾਂ ਦੀਆਂ ਇਲੈਕਸ਼ਨ ਸਾਹਮਣੇ ਆ ਅਤੇ ਸਰਕਾਰ ਇੱਕ ਫੇਸ ਸੇਵ ਕਰਨ ਦੇ ਚੱਕਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਵਿੱਚੋਂ ਹੁਣ ਨਿਕਲਣਾ ਚਾਹੁੰਦੀ ਹੈ। ਲੇਕਿਨ ਇਹ ਜਿਹੜਾ ਪੇਚੀਦਾ ਮਸਲਾ ਹੈਗਾ, ਕਿਉਂਕਿ ਸਟੇਕ ਹੋਲਡਰ ਜਾਗ ਚੁੱਕਾ, ਉਹਨਾਂ ਨੂੰ ਪਤਾ ਲੱਗਿਆ ਹੈਗਾ ਅਤੇ ਉਹ ਕਿਸੇ ਵੀ ਇਹਨਾਂ ਦੇ ਦਾਅ ਪੇਚ 'ਚ ਫਸਣ ਵਾਲੇ ਨਹੀਂ। ਇਸੇ ਕਰਕੇ ਯੂਨੀਅਨਸ ਵੱਲੋਂ ਜਿਹੜਾ ਹੈਗਾ ਇਹਨੂੰ ਬਾਰ-ਬਾਰ ਕਿਹਾ ਜਾਏ ਕਿ ਜੇ ਤੁਸੀਂ ਇੰਨਾ ਮੰਨ ਹੀ ਗਏ ਹੋ, ਆਲਮੋਸਟ ਜਿਹੜੀ ਇਹਨਾਂ ਦੀ ਆਫਰ ਦਿੱਤੀ ਉਹ ਸਕ੍ਰੈਪ ਕਰਨ ਦੇ ਬਰਾਬਰ, ਅਤੇ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਅਸੀਂ ਇਹਨੂੰ ਸਕ੍ਰੈਪ ਕਰਦੇ, ਨਵੇਂ ਸਿਰੇ ਤੋਂ ਕਮੇਟੀ ਬਣਾਵਾਂਗੇ ਅਤੇ ਨਵੇਂ ਸਿਰੇ ਤੋਂ ਫੈਸਲੇ ਹੋਣਗੇ। ਔਰ ਮੈਨੂੰ ਪੂਰੀ ਉਮੀਦ ਹੈ ਕਿ 1-2 ਦਿਨਾਂ 'ਚ ਇਹਦਾ ਮਸਲਾ ਹੱਲ ਹੋ ਜਾਣਾ ਹੈਗਾ, ਇਹ ਨਿਕਲ ਆਉਣਾ ਹੈਗਾ, ਜਿਹਦੇ 'ਚ ਵੀ ਸਰਕਾਰ ਵੀ ਵਿਨ ਸਿਚੁਏਸ਼ਨ। ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ, ਜੋ ਵੀ ਫੈਸਲਾ ਹੋਏਗਾ ਸਰਕਾਰ ਉਸ ਨੂੰ ਵੀ ਅਪਣਾਏਗੀ ਅੱਗੇ ਜਾ ਕੇ।
ਇਸ ਇਲੈਕਸ਼ਨ ਦੇ ਵਿੱਚ। ਇਹ ਤਾਂ ਲੱਗਦਾ ਕਿ ਕਿਉਂਕਿ ਪੰਜਾਬ ਇੱਕ ਬਹੁਤ ਵੱਡਾ ਇੱਕ ਸਟੇਕ ਹੋਲਡਰ ਆ, ਕਿਉਂਕਿ ਪੰਜਾਬ ਦੀ ਪਹਿਚਾਣ ਹੀ ਖੇਤੀ ਦੀ ਆ। ਜਿਸ ਤੁਹਾਨੂੰ ਇੱਥੋਂ ਦੀ ਖੇਤੀ ਆ ਉਹ ਬਾਕੀ ਸਟੇਟਾਂ ਦੀ ਨਹੀਂ ਹੈਗੀ, ਕਿਤੇ ਨਾ ਕਿਤੇ ਪੰਜਾਬ ਨੂੰ ਇਕਨੋਮਿਕਲ ਤੌਰ 'ਤੇ ਉਜਾੜਨ ਦੇ ਯਤਨ ਹੋ ਰਹੇ ਨੇ ਜੀ। ਦੇਖੋ ਭੁੱਲਰ ਸਾਹਿਬ, ਪੰਜਾਬ ਨੂੰ ਜਿਹੜਾ ਹੈਗਾ ਆ ਇੱਕ ਬੈਡ ਨੇਮ ਜਿਹੜਾ ਹੈਗਾ ਸਾਨੂੰ ਪਿਛਲੇ 30-40 ਸਾਲਾਂ ਤੋਂ ਇਹ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਬੈਡ ਨੇਮ ਜਿਹੜਾ ਪੰਜਾਬ ਵਾਸਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਸੇ ਤਾਂ ਜਿਹੜੀ ਕਮਿਊਨਲ ਹਾਰਮਨੀ ਹੈਗੀ ਆ ਪ੍ਰੀ ਪਾਰਟੀਸ਼ਨ ਡੇਜ਼ ਤੋਂ ਵੀ ਖਰਾਬ ਕੀਤੀ, ਉਹਦਾ ਖਮਿਆਜਾ ਅਸੀਂ 47 'ਚ ਭੁਗਤਿਆ। ਅਤੇ ਜਿਹੜੀ ਹਾਲਾਤ ਖਰਾਬ ਰਹੇ ਨੇ ਪੰਜਾਬ 'ਚ, ਉਹਦੇ 'ਚ ਵੀ ਜਿਹੜਾ ਸੀਗਾ ਕਮਿਊਨਲ ਸਿਚੁਏਸ਼ਨ ਨੂੰ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕੀ ਹੋਇਆ। ਤੁਸੀਂ ਸ਼ਾਇਦ ਉਸ ਵੇਲੇ ਛੋਟੇ ਹੋਵੋਗੇ। ਇੱਕ ਸ਼ਹਿਰੀ ਅਤੇ ਪੇਂਡੂ ਅਤੇ ਮਤਲਬ ਦੋ ਫਿਰਕਿਆਂ ਦੇ ਵਿੱਚ ਵੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਪੰਜਾਬ ਦੇ ਲੋਕ ਬੇਹੱਦ ਸਮਝਦਾਰ ਹਨ। ਅੱਜ ਵੀ ਆਪਾਂ ਸਾਰੇ ਇਕੱਠੇ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਅਸੀਂ ਇਕੱਠੇ ਹਾਂ। ਜੇ ਸਿੱਖਾਂ ਦਾ ਕਤਲ ਹੋਇਆ ਦਿੱਲੀ ਦੇ ਵਿੱਚ ਅਤੇ ਪੰਜਾਬ ਦੇ ਜਿਹੜੇ ਦੂਜੇ ਫਿਰਕੇ ਦੇ ਲੋਕ ਸੀ ਉਹਨਾਂ ਨੇ ਇਹਦੀ ਨਿੰਦਾ ਕੀਤੀ, ਅਤੇ ਪੰਜਾਬ ਦੇ ਵਿੱਚ ਹੋਇਆ ਅਤੇ ਪੰਜਾਬ ਦੇ ਵਿੱਚ ਸਿੱਖਾਂ ਨੇ ਹੀ ਆਪਣੇ ਸੀਨੇ 'ਤੇ ਗੋਲੀਆਂ ਖਾ ਕੇ ਸੱਚ ਨੂੰ ਸੱਚ ਅਤੇ ਗਲਤ ਨੂੰ ਉਸ ਵੇਲੇ ਵੀ ਗਲਤ ਕਿਹਾ ਕਿ ਲੋਕਾਂ ਨੂੰ ਨਜਾਇਜ਼ ਮਾਰਨਾ ਜਿਹੜਾ ਉਹ ਗਲਤ ਆ। ਠੀਕ ਹੈ ਜੀ। ਸੋ ਇਸ ਕਰਕੇ ਪੰਜਾਬ ਦੀ ਜਿਹੜੀ ਇਨਹੈਰੈਂਟ ਸਟਰੈਂਥ ਹੈ ਬੜੀ ਹੈ ਇਹਨਾਂ ਲੋਕਾਂ ਦੀ। ਇਸੇ ਤਰ੍ਹਾਂ ਤੁਸੀਂ ਦੇਖਣਾ ਕਿ ਪਿਛਲੇ 10 ਕੁ ਸਾਲ ਤੋਂ ਜਿਹੜਾ ਹੈਗਾ ਇੱਕ ਡਰੱਗ ਦਾ ਰੌਲਾ ਪੈ ਰਿਹਾ। ਇਹ ਵੱਖਰੀ ਗੱਲ ਹੈ ਕਿ ਡਰੱਗ ਮਾਫੀਆ ਨੇ ਡਰੱਗ ਦਾ ਇੱਥੇ ਪ੍ਰਸਾਰ ਕਰਕੇ ਪੈਸੇ ਦੀ ਖਾਤਰ ਉਹ ਪੋਲੀਟੀਕਲ ਐਂਡ ਲਈ ਉਹ ਫੰਡਾਂ ਨੂੰ ਯੂਜ਼ ਕੀਤਾ। ਇਸ ਨੂੰ ਬਹੁਤ ਉਹਦਾ ਪ੍ਰਸਾਰ ਕਰਕੇ ਕੀਤਾ ਅਤੇ ਇੱਥੇ ਇੱਕ ਬ੍ਰਾਂਡ ਕੀਤਾ ਗਿਆ ਕਿ ਪੰਜਾਬ ਦਾ ਯੂਥ ਜਿਹੜਾ ਹੈਗਾ ਆ ਉਹ ਡਰੱਗੀ ਹੋ ਗਿਆ। ਕਈਆਂ ਨੇ ਕਿਹਾ ਜੀ 70% ਨੌਜਵਾਨ ਨਸ਼ੇ ਦੇ ਆਦੀ ਹੋ ਗਏ। ਉਹ ਨੌਜਵਾਨਾਂ ਨੂੰ ਸਿੰਘੂ ਟਿੱਕਰੀ ਬਾਰਡਰ 'ਤੇ ਉਹੀ ਅੱਜ ਤੁਸੀਂ ਦੇਖਦੇ ਪਏ ਹੋ। ਇੰਨੀ ਹੁਣ ਉਹਨਾਂ ਨੂੰ ਨਸ਼ਾ ਉੱਥੇ ਕੌਣ ਦਿੰਦਾ ਪਿਆ? ਉੱਥੇ ਬਾਰਡਰ 'ਤੇ ਬੈਠੇ ਨੇ, ਨਸ਼ੇ ਵਾਲਾ ਤਾਂ ਇੱਕ ਦਿਨ ਨਹੀਂ ਕੱਢਦਾ, ਉਹ ਤਾਂ ਨਸ਼ਾ ਮੰਗਦਾ। ਅਤੇ ਉਹ ਨੌਜਵਾਨ ਇਹਨਾਂ ਦੀਆਂ ਠੰਡੇ ਪਾਣੀ ਦੀਆਂ ਬਸ਼ਾਰਾਂ ਸਹਿੰਦੇ ਹੋਏ ਪਿਛਲੇ ਮੇਰੇ ਖਿਆਲ 60-70 ਦਿਨ ਤੋਂ ਤਾਂ ਸਿੰਘੂ ਬਾਰਡਰ 'ਤੇ ਬੈਠੇ ਨੇ, ਅਤੇ ਅੱਜ ਉਹ ਉਹਨਾਂ ਦਾ ਨਸ਼ਾ ਕਿੱਥੇ ਚਲਾ ਗਿਆ? ਸਵਾਲ ਹੈ ਕਿ ਪੰਜਾਬ ਨੂੰ ਤੁਹਾਨੂੰ ਲੱਗਦਾ ਕਿ ਆਰਥਿਕ ਪੱਖੋਂ ਉਜਾੜਿਆ ਜਾ ਰਿਹਾ, ਨੁਕਸਾਨ ਕੀਤਾ, ਕਿਉਂਕਿ ਪੰਜਾਬ ਦੀ ਪਹਿਚਾਣ ਹੀ ਖੇਤੀ ਹੈ। ਪੰਜਾਬ 'ਚ ਖੇਤੀ ਤੋਂ ਇਲਾਵਾ ਕੁਛ ਹੈ ਨਹੀਂ। ਮੈਂ ਚਲੋ ਇੰਨਾ ਪਰੋਕੀਅਲ ਤੇ ਨਹੀਂ ਹਾਂਗਾ, ਇਹ ਦੇਸ਼ ਮੇਰਾ ਹੀ ਹੈ, ਸਾਰੇ ਅਸੀਂ ਇਕੱਠੇ ਹੀ ਹਾਂ, ਚਾਹੇ ਕਿਸੇ ਵੀ ਕੋਈ ਬੰਦਾ ਰਹਿੰਦਾ ਹੈ। ਪਰ ਇੱਕ ਮਤਲਬ ਵਸਦੀ ਰਸਦੀ ਸਟੇਟ ਦੇ ਲੋਕਾਂ ਨੂੰ ਥੋੜ੍ਹਾ ਡੀਮੋਰਲਾਈਜ਼ ਕਰਨ ਦੀ ਪਹਿਲਾਂ ਹੈ ਕਿ ਸਾਡੇ ਕੋਲ ਦੇਖੋ ਇੰਡਸਟਰੀਅਲ ਇਨਕਮ ਤਾਂ ਹੈ ਨਹੀਂ ਗੀ। ਸਾਡੀ ਸਟਰੈਂਥ ਜਿਹੜੀ ਐਗਰੀਕਲਚਰ 'ਤੇ, ਕਿਉਂਕਿ ਜਰਖੇਜ਼ ਜ਼ਮੀਨ ਹੈ, ਮਿਹਨਤੀ ਲੋਕ ਨੇ, ਇਨੋਵੇਟਿਵ ਨੇ। ਅੱਜ ਨੀਤੀ ਆਯੋਗ ਨੇ ਵੀ ਦੱਸਿਆ ਕਿ ਵੀ ਅਸੀਂ ਇਨੋਵੇਟਿਵ ਹਾਂ, ਕਾਫੀ 10ਵੇਂ ਨੰਬਰ 'ਤੇ ਹੈਗੇ ਅਸੀਂ ਇਨੋਵੇਟਿਵ ਸਟੇਟਾਂ ਜਿਹੜੀ, ਉਹਨਾਂ 'ਚੋਂ ਇੱਕ ਹੈਗੇ ਆ। ਫਿਰ ਸਾਡੇ ਕੋਲ ਦੇਖੋ ਪਿਛਲੇ 200 ਸਾਲ ਦੇ ਵਿੱਚ ਅੰਗਰੇਜ਼ਾਂ ਦੀ ਵਿੱਚ ਬੜੀ ਦੇਣ ਹੈ ਕਿ ਉਹਨਾਂ ਨੇ ਬੰਨ੍ਹ ਕੇ ਪਾਣੀਆਂ ਦਾ, ਸਾਡੇ ਕੋਲ ਦਰਿਆ ਤਾਂ ਹੈ ਹੀ ਸੀ ਪਹਿਲੇ, ਉਹਨਾਂ ਨੂੰ ਟੇਮ ਕੀਤਾ, ਸਾਨੂੰ ਪਾਣੀ ਦਿੱਤਾ। ਦਰਿਆ ਜਿਹੜੇ ਬਹੁਤ ਸਾਰੀ ਜ਼ਮੀਨ ਖਰਾਬ ਕਰਦੇ ਸੀ ਉਹਨਾਂ ਦੀਆਂ ਸਰਕਾਰਾਂ ਨੇ ਉਹ ਵੀ ਕੀਤਾ। ਅਤੇ ਇਹ ਜਿਹੜੀ ਸਟਰੈਂਥ ਹੈਗੀ ਹੈ ਇਹ ਸਾਡੀ ਐਗਰੀਕਲਚਰ ਦੇ ਬੇਸ 'ਤੇ, ਸਾਡੀ ਇਕੋਨਮੀ ਐਗਰੀਕਲਚਰ ਦੇ ਆਸੇ ਪਾਸੇ ਘੁੰਮਦੀ ਹੈ। ਸਾਡੇ ਸਾਰੇ ਲੋਕ, ਕੋਈ ਜ਼ਮੀਨ ਵਾਲਾ ਹੈ ਜਾਂ ਬੇਜ਼ਮੀਨਾ ਹੈ, ਉਹ ਜ਼ਮੀਨ ਤੋਂ ਹੀ ਰੋਟੀ ਖਾਂਦਾ ਪਿਆ। ਠੀਕ ਹੈ ਜੀ। ਉਹ ਦੂਜੇ ਲੋਕਾਂ ਨੂੰ ਕਈ ਵਾਰੀ ਲੱਗਦਾ ਹੈ ਕਿ ਵੀ ਇਹ ਕਾਰਾਂ 'ਤੇ ਘੁੰਮਦੇ ਫਿਰਦੇ ਨੇ, ਵੀ ਕਾਰਾਂ 'ਤੇ ਘੁੰਮਦੇ ਫਿਰਦੇ ਨੇ ਅਤੇ ਧਰਤੀ ਦਾ ਸੀਨਾ ਪਾੜ ਕੇ ਹੀ ਤਾਂ ਇਹਨਾਂ ਨੇ ਕਾਰਾਂ ਖਰੀਦੀਆਂ ਨੇ, ਕਿਤੋਂ ਲੁੱਟ ਕੇ ਤਾਂ ਨਹੀਂ ਲੈ ਕੇ ਆਏ। ਤੋ ਸ਼ਾਇਦ ਇਹ ਕਈ ਲੋਕਾਂ ਦੇ ਮਨ 'ਚ ਹੈਗਾ ਕਿ ਜਦੋਂ ਵੀ ਕੋਈ ਆਵਾਜ਼ ਉੱਠਦੀ ਹੈ ਕੋਈ ਬਿਹਤਰੀ ਦੀ ਦੇਸ਼ ਵਾਸਤੇ, ਚਾਹੇ ਉਹ ਡਿਫੈਂਸ ਵਾਸਤੇ ਜਾਂ ਕਿਤੇ ਵੀ ਹੈ, ਤਾਂ ਉਹ ਪੰਜਾਬ ਤੋਂ ਉੱਠਦੀ ਹੈ। ਅਤੇ ਪੰਜਾਬ ਨੂੰ ਥੋੜ੍ਹਾ ਜਿਹਾ ਮੈਨੂੰ ਲੱਗਦਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹਨੂੰ ਥੋੜ੍ਹਾ ਜਿਹਾ ਨਾ ਇਹਨੂੰ ਲੋਅ ਕੀਤਾ ਜਾਵੇ, ਤਾਂ ਕਿ ਜਿਹੜਾ ਹੈ ਨਾ ਕਿ ਵੀ ਪੰਜਾਬੀਆਂ ਦਾ ਦੇਖੋ ਪੂਰੀ ਦੁਨੀਆ ਦੇ ਵਿੱਚ ਹੈ। ਕੈਨੇਡਾ ਦੇ ਵਿੱਚ ਸਾਡੀ ਤਕਰੀਬਨ ਸਰਕਾਰ ਹੈ, ਉੱਥੇ ਵੀ ਕੋਈ ਤਾਕਤ, ਕੋਈ ਸਟਰੈਂਥ, ਕੋਈ ਅਕਲ ਇਹਨਾਂ 'ਚ ਹੈ ਹੀ, ਤਾਂ ਹੀ ਹੈ ਨਾ। ਨਹੀਂ ਤਾਂ ਉਹ ਲੋਕ ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ ਦੇ ਉੱਥੇ ਸਿਸਟਮ ਹੈਗਾ। ਇਸ ਅੰਦੋਲਨ ਨੂੰ ਬੜੇ ਬਦਨਾਮ ਕਰਨ ਦੇ ਯਤਨ ਕੀਤੇ ਗਏ ਨੇ। ਕਦੀ ਇਹਦੇ ਪਿੱਛੇ ਪਾਕਿਸਤਾਨ, ਕਦੇ ਚਾਈਨਾ, ਕਦੀ ਮਾਓਵਾਦੀ, ਕਦੀ ਖਾਲਿਸਤਾਨੀ, ਬਾਹਰੋਂ ਫੰਡਿੰਗ ਹੋ ਰਹੀ। ਹੁਣ ਕੱਲ੍ਹ ਕਿਸਾਨਾਂ ਨੇ 9 ਮੁੰਡੇ ਫੜਿਆ ਗਏ ਨੇ ਜਿਹੜੇ ਇੱਥੇ ਕਹਿੰਦੇ ਕਿ ਇਸ ਅੰਦੋਲਨ ਨੂੰ ਹਿੰਸਕ ਬਣਾ ਸਕਦੇ ਨੇ। ਇਹ ਜਿਹੜੇ ਲੋਕ ਨੇ ਇਹ ਕਿਸਾਨ ਵਿਰੋਧੀ ਨੇ, ਜਾਂ ਕਿਸਾਨ ਵਿਰੋਧੀ ਤਾਕਤਾਂ ਨੇ, ਜਾਂ ਸੱਚਮੁੱਚ ਹੀ ਉਹ ਤਾਕਤਾਂ ਨੇ ਜਿਹੜਾ ਚਾਹੁੰਦੀਆਂ ਨਹੀਂ ਕਿ ਇੱਥੇ ਕਿਸਾਨ ਬੈਠਾ ਰਹੇ, ਕਿਸਾਨ ਆਪਣੇ ਆਪਣੇ ਘਰਾਂ ਨੂੰ ਛੇਤੀ ਭੱਜ ਜੇ ਹੈਗੇ, ਅਤੇ ਸਾਡੇ ਜਿਹੜੇ ਸਿਆਸੀ ਰੋਟੀਆਂ ਉਹ ਇਸ ਤਰ੍ਹਾਂ ਹੀ
ਚੱਲਦੀਆਂ ਰਹਿਣ ਜੀ? ਜਗਤਾਰ ਜੀ, ਕਿਸੇ ਵੀ ਐਜੀਟੇਸ਼ਨ ਨੂੰ ਜਿਹੜਾ ਹੈਗਾ ਨਾ, ਜਦੋਂ ਮਤਲਬ ਇਹ ਤਾਂ ਇਨਸਾਈਡ ਹੈਗਾ, ਸਰਕਾਰ ਔਰ ਸਰਕਾਰ ਦੀਆਂ ਏਜੰਸੀਆਂ ਬੜੀਆਂ ਪਾਵਰਫੁਲ ਨੇ, ਸਾਡੇ ਵਿੱਚ ਹੀ ਬੰਦੇ ਤੁਰੇ ਫਿਰਦੇ ਹੁੰਦੇ, ਸਾਨੂੰ ਪਤਾ ਹੀ ਨਹੀਂ ਹੁੰਦਾ। ਇਹ ਆਪਾਂ ਜਦੋਂ ਪੰਜਾਬ ਦੇ ਹਾਲਾਤ ਖ਼ਰਾਬ ਸੀ, ਜਦ ਹੁਣ ਅਸੀਂ ਪਿਛੋਕੜ ਦੇਖਦੇ ਹਾਂ, ਸਾਨੂੰ ਪਤਾ ਲੱਗਦਾ ਕਿ ਕੌਣ ਕਿਹਦੇ ਨਾਲ ਸੀਗਾ। ਇਹ ਹਮੇਸ਼ਾ ਰਹਿੰਦਾ ਕਿ ਸਰਕਾਰ ਮਤਲਬ ਐਡਮਿਨਿਸਟ੍ਰੇਸ਼ਨ ਦਾ ਇਹ ਹੁੰਦਾ ਕਿ ਫੋਰਸ ਯੂਜ਼ ਕਰਨ ਦਾ ਬਹਾਨਾ ਚਾਹੀਦਾ ਆਪਾਂ ਨੂੰ। ਉਹ ਫੋਰਸ ਯੂਜ਼ ਕਰਨ ਦਾ ਜਦੋਂ ਬਹਾਨਾ ਹੁੰਦਾ ਤਾਂ ਫਿਰ ਐਜੀਟੇਸ਼ਨਾਂ ਨੂੰ ਨਵਾਂ ਇੱਕ ਮੋੜ ਮਿਲ ਜਾਂਦਾ ਹੈਗਾ, ਅਤੇ ਸਰਕਾਰ ਜਸਟੀਫਾਈ ਕਰਦੀ ਹੈਗੀ ਹੈ ਕਿ ਜੀ ਸਾਨੂੰ ਇਸ ਕਰਕੇ ਫੋਰਸ ਯੂਜ਼ ਕਰਨੀ ਪਈ। ਲੇਕਿਨ ਮੈਂ ਕੰਗ੍ਰੈਚੁਲੇਟ ਕਰਦਾ ਇਸ ਐਜੀਟੇਸ਼ਨ ਦੇ ਸਟੇਕ ਹੋਲਡਰ ਨੂੰ, ਉਦੋਂ ਉਹਨਾਂ ਦੇ ਔਰਗੇਨਾਈਜ਼ਰਸ ਨੂੰ। ਉਹਨਾਂ ਨੇ ਬਾਰ-ਬਾਰ ਕਿਹਾ ਹੈਗਾ, ਔਰ ਪਿਛਲੇ 70-80 ਦਿਨ ਨੇ ਕਿਸੇ ਨੇ ਇੱਕ ਪੱਥਰ ਤੱਕ ਨਹੀਂ ਮਾਰਿਆ ਹੈਗਾ ਐਜੀਟੇਸ਼ਨਾਂ ਦੇ ਵਿੱਚ। ਤਾਂ ਤੁਸੀਂ ਵੀ ਸੁਣਿਆ, ਅਸੀਂ ਵੀ ਸੁਣਿਆ, ਦੇਖਿਆ ਵੀ ਹੈਗਾ, ਕੋਈ ਸ਼ਰਾਰਤੀ ਕਿਤੋਂ ਪੱਥਰ ਮਾਰਦਾ ਅਤੇ ਹਿੰਸਾ ਭੜਕਦੀਆਂ ਨੇ ਅਤੇ ਫਿਰ ਗੋਲੀਆਂ ਚੱਲਦੀਆਂ ਨੇ। ਜਿੰਨੇ ਸ਼ਾਂਤੀਪੂਰਵਕ ਢੰਗ ਨਾਲ ਇਹ ਚੱਲਿਆ ਹੈ ਅਤੇ ਚੱਲੇਗਾ, ਉਹਦੇ 'ਚ ਸਰਕਾਰ ਕੋਲ ਬਲ ਯੂਜ਼ ਕਰਨ ਦੀ ਕੋਈ ਗੁੰਜਾਇਸ਼ ਮੈਨੂੰ ਨਜ਼ਰ ਨਹੀਂ ਆਉਂਦੀ। ਕੋਸ਼ਿਸ਼ਾਂ ਜ਼ਰੂਰ ਹੋਈਆਂ ਨੇ ਵਿੱਚ, ਬੜੇ ਕੁਛ ਬਿਆਨਬਾਜ਼ੀ, ਭੜਕਾਊ ਬਿਆਨਬਾਜ਼ੀ, ਵੱਖਵਾਦੀ, ਇਹ ਵਾਦੀ, ਕੋਈ ਵਾਦੀ ਨਹੀਂ ਹੈਗਾ। ਇਹ ਪੰਜਾਬ ਦੇ ਲੋਕਾਂ ਦੀ ਐਜੀਟੇਸ਼ਨ ਆ। ਉਹ ਰਾਜੇਵਾਲ ਸਾਹਿਬ ਪੂਰੇ ਦੇਸ਼ ਦੀ ਬਣ ਗਈ ਐਜੀਟੇਸ਼ਨ, ਉਹ ਬਣੀ ਹੈ, ਪੂਰੇ ਦੇਸ਼ ਦੀ ਬਣੀ ਹੈ। ਤੁਸੀਂ ਦੇਖੋ ਸਾਰੇ ਲੋਕ ਆਏ ਨੇ ਉੱਥੇ, ਜਦ ਦੂਜੇ ਪ੍ਰਦੇਸ਼ਾਂ ਵਾਲੇ ਕਹਿੰਦੇ ਨੇ ਕਿ यहाँ पे कोई खालिस्तानी नहीं, हम भी खड़े हैं, वो खालिस्तानी ने सारे। ऐसा कुछ भी नहीं हैगा। तो ये सक्सैसफुली ਜਿਹੜੀ ਹੈਗੀ ਹੈ, ਇਹ ਜਿਹੜੀ ਜਿੰਨੇ ਵੀ ਹਾਲੀ ਨੇ, ਇਹ ਸਕਸੈਸਫੁਲੀ ਇੱਕ ਅੱਛੀ ਖਬਰ ਲੈ ਕੇ ਘਰਾਂ ਨੂੰ ਪਰਤਣਗੇ। ਲੇਕਿਨ 26 ਜਨਵਰੀ ਤੋਂ ਬਾਅਦ ਹੀ ਪਰਤਣਗੇ। ਮੈਂ ਵੀ ਇਸ 'ਤੇ ਆਉਣ ਲੱਗੇ, ਮੇਰੇ ਇੱਕ ਦੋ ਸਵਾਲ ਹੀ ਰਹਿ ਗਏ ਕਿ ਸਰਕਾਰ ਕਹਿੰਦੀ ਕਿ 26 ਜਨਵਰੀ ਦਾ ਬਹੁਤ ਵੱਡਾ ਦਿਹਾੜਾ ਹੁੰਦਾ, ਕਿਸਾਨ ਆਪਣਾ ਟਰੈਕਟਰ ਮਾਰਚ ਕੱਢਦੇ ਨੇ ਅਤੇ ਦੇਸ਼ ਦੀ ਬਦਨਾਮੀ ਹੋਏਗੀ, ਸੰਵਿਧਾਨ ਨੂੰ ਖਤਰਾ ਹੋ ਜਾਏਗਾ। ਇਹ ਸੰਵਿਧਾਨ ਸਰਕਾਰਾਂ ਵਾਸਤੇ ਹੁੰਦਾ ਕਿ ਲੋਕਾਂ ਵਾਸਤੇ ਹੁੰਦਾ ਜੀ? ਜਿਹੜਾ ਸੰਵਿਧਾਨ ਹੈ, ਇਹ ਸਾਡਾ ਰਿਪਬਲਿਕ ਡੇ ਹੈਗਾ ਆ। ਇਹ ਜਿਹੜੀ ਸੰਵਿਧਾਨ ਸਭਾ ਬਣੀ ਸੀਗੀ, ਉਹਦੇ 'ਚ ਬਹੁਤ ਸਿਆਣੇ ਬੰਦਿਆਂ ਨੇ 1.5-2 ਸਾਲ ਬਹਿ ਕੇ ਇਕੱਲਾ ਕਾਨੂੰਨ ਘੜਿਆ ਹੋਇਆ। ਔਰ ਬਾਬਾ ਸਾਹਿਬ ਅੰਬੇਡਕਰ ਜਿਹੜੇ ਸੀ, ਉਸ ਕਾਨੂੰਨ ਨੂੰ ਡਰਾਫਟ ਕਰਨ ਦੀ ਕਮੇਟੀ ਦੇ ਚੇਅਰਮੈਨ ਸੀਗੇ, ਹੋਰ ਵੀ ਮੈਂਬਰ ਵੀ ਸਨ। ਲੇਕਿਨ ਅਗਰ ਅਸੀਂ ਦੇਖਾਂਗੇ ਤਾਂ ਸਿੰਗਲ ਹੈਂਡਿਡਲੀ ਉਹਨਾਂ ਨੇ ਇੱਕ ਆਰਟੀਕਲ ਨੂੰ ਡਰਾਫਟ ਕੀਤਾ, ਸੰਵਿਧਾਨ ਸਭਾ ਦੇ ਸਾਹਮਣੇ ਲਿਆਂਦਾ, ਉੱਥੇ ਬਹਿਸਾਂ ਹੋਈਆਂ, ਹਰ ਇੱਕ ਜਿੱਥੇ ਵੀ ਤਰਮੀਮਾਂ ਕਰਨ ਦੀ ਲੋੜ ਸੀ ਤਰਮੀਮਾਂ ਵੀ ਹੋਈਆਂ, ਅਤੇ ਅਖੀਰ 'ਤੇ 26 ਨਵੰਬਰ 1949 ਨੂੰ ਉਹਨਾਂ ਨੇ ਸੰਵਿਧਾਨ ਦਾ ਜਿਹੜਾ ਮੁਕੰਮਲ ਪਾਸ ਕਰਵਾ ਕੇ ਖਰੜਾ, ਆਪਾਂ ਫੋਟੋ 'ਚ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਜਿਹੜੇ ਸੀ ਉਸ ਵੇਲੇ ਰਜਿੰਦਰ ਪ੍ਰਸਾਦ ਜੀ, ਉਹਨਾਂ ਨੂੰ ਪੇਸ਼ ਕਰਦੇ ਪਏ ਨੇ। ਇੱਕ ਹੋਰ ਸੀਗਾ, RSS ਨੇ ਇੱਕ ਹੋਰ ਸੋਚ ਦਿੱਤੀ ਕਿ 26 ਨਵੰਬਰ 1949 ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਵੇ। ਚੰਗੀ ਗੱਲ ਹੈ, ਮੈਂ ਕਹਿੰਦਾ ਕੋਈ ਵੀ ਦਿਨ ਮਨਾਇਆ, ਸੰਵਿਧਾਨ ਦੇ ਨਾਲ ਰਿਲੇਟਡ ਕੋਈ ਵੀ ਦਿਨ ਮਨਾਇਆ ਜਾਏ, ਮੈਨੂੰ ਇਤਰਾਜ਼ ਨਹੀਂ ਕੋਈ ਵੀ ਹੈਗਾ। ਲੇਕਿਨ ਮੈਨੂੰ ਇੰਨਾ ਇਤਰਾਜ਼ ਹੈ ਕਿ 26 ਜਨਵਰੀ 1950 ਨੂੰ ਜਿੱਦਣ ਇਹ ਲਾਗੂ ਹੁੰਦਾ ਉਹ, ਅਤੇ 26 ਨਵੰਬਰ 1949 ਜਿਸ ਦਿਨ ਪੇਸ਼ ਹੁੰਦਾ, ਦੋਨੋਂ ਹੀ ਬੜੇ ਸਾਡੇ ਲਈ ਮਾਣ ਵਾਲੇ ਦਿਨ ਨੇ। ਲੇਕਿਨ ਵੱਡੀ ਲਕੀਰ ਦੇ ਸਾਹਮਣੇ ਮੈਂ ਹਮੇਸ਼ਾ ਕਹਿੰਦਾ ਛੋਟੀ ਲਕੀਰ ਖਿੱਚਣ ਦੀ ਕੋਸ਼ਿਸ਼ ਆਪਣੇ ਪੋਲੀਟੀਕਲ ਮਫਾਦ ਲਈ ਨਾ ਕਰੋ। ਅਤੇ 26 ਜਨਵਰੀ ਵੱਡੀ ਲਕੀਰ ਹੈ, ਜਿਸ ਦਿਨ ਸੰਵਿਧਾਨ ਲਾਗੂ ਹੋ ਗਿਆ, ਸਾਨੂੰ ਹੱਕ ਮਿਲ ਗਏ ਨੇ, ਔਰਤਾਂ ਨੂੰ ਹੱਕ ਮਿਲੇ, ਸ਼ੋਸ਼ਿਤ ਲੋਕਾਂ ਨੂੰ ਮਿਲੇ, ਦੂਜਿਆਂ ਨੂੰ ਮਿਲੇ। ਸਾਡੇ ਧਰਮ ਬਾਰੇ ਵੀ ਜਿਹੜੇ ਸ਼ੰਕਾਏ ਸੀ, ਜਿਹੜੀ ਤਕਰੀਬਨ 1.5 ਮਿਲੀਅਨ ਲੋਕ ਕਤਲ ਹੋਏ ਸਨ, ਅਸੀਂ ਉਸ ਤੋਂ ਵੀ ਸਬਕ ਸਿੱਖਿਆ ਅਤੇ ਅਸੀਂ ਕਿਹਾ ਵੀ ਹੁਣ ਜਿਹੜੇ ਸੰਵਿਧਾਨ ਦੇ ਵਿੱਚ, ਸਾਡੇ ਕਾਨੂੰਨਾਂ ਦੇ ਵਿੱਚ ਧਰਮ ਦੀ ਕੋਈ ਵਿੱਚ ਗੁੰਜਾਇਸ਼ ਨਹੀਂ ਹੈਗੀ। ਆਪਾਂ ਧਰਮ ਸਾਡੇ ਕਾਨੂੰਨ ਦੇ ਸਾਹਮਣੇ ਬਰਾਬਰ ਹੋਏਗਾ, ਉਹ ਕੀਤਾ। ਹੁਣ 70 ਸਾਲਾਂ ਬਾਅਦ ਕੁਛ ਲੋਕਾਂ ਦੇ ਮਨ ਦੇ ਵਿੱਚ ਅਜੇ ਦੇਖੋ ਇੱਕ ਪੇਚ ਫਸਿਆ ਹੋਇਆ ਕਿ ਨਹੀਂ, ਇਹ ਸੈਕੂਲਰ ਵਾਲਾ ਕੰਮ ਗਲਤ ਹੈ। ਉਹ ਸੰਵਿਧਾਨ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਸ਼ਰੇਆਮ। ਤੁਸੀਂ ਉਹਨਾਂ ਦੇ ਬਿਆਨ ਪਿਛਲੇ 2 ਸਾਲ, 1.5-2 ਸਾਲ ਦੇ ਪੜ੍ਹੋਗੇ, ਦੇਖੋਗੇ कि संविधान में ये गलत है, हम संविधान को बदल देंगे, ये कर देंगे। वो ने दूजे पासे ने ਜਿਹੜੇ ਸੰਵਿਧਾਨ ਨੂੰ ਥੰਮ ਬਣ ਕੇ ਜਿਹੜਾ ਹੈਗਾ ਅਤੇ ਉਸ ਨੂੰ ਮਤਲਬ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਸੰਵਿਧਾਨ ਇੱਕ ਡਾਇਨਾਮਿਕ ਹੈਗਾ, ਇਹ ਨਹੀਂ ਕੋਈ ਫਿਕਸ ਲਾਈਨ ਨਹੀਂ ਹੈਗੀ, ਤਰਮੀਮਾਂ ਦੀ ਗੁੰਜਾਇਸ਼ ਹੈ। ਜੇ ਕਿਤੇ ਲੋੜ ਹੈ ਤਾਂ ਹੋਈਆਂ ਨੇ ਤਰਮੀਮਾਂ, 100 ਤੋਂ ਵੱਧ ਤੇ ਤਰਮੀਮਾਂ ਹੋ ਚੁੱਕੀਆਂ ਨੇ। ਅਤੇ ਇਹ ਜਿਹੜੇ ਲੋਕ ਕਹਿੰਦੇ ਕਿ ਸੰਵਿਧਾਨ ਹੀ ਬਦਲ ਦਾਂਗੇ ਆਪਾਂ,
ਇੱਕ ਪਾਸੇ ਉਹ ਲੋਕ ਨੇ 26 ਜਨਵਰੀ ਨੂੰ ਉਹ ਪਰੇਡਾਂ ਕਰਾ ਕੇ ਤੇ ਮਨਾਉਣਗੇ, ਸੂਡੋ ਜਿਹੜੀ ਸੈਲੀਬ੍ਰੇਸ਼ਨ ਕਰਨਗੇ, ਤੇ ਇੱਕ ਪਾਸੇ ਉਹ ਸਟੇਕ ਹੋਲਡਰ ਨੇ, ਲੱਖਾਂ ਲੋਕ ਜਿਹੜੇ ਉੱਥੇ ਬੈਠੇ ਨੇ, ਤੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਟਰੈਕਟਰ ਮਾਰਚ ਕਰਨਾ ਹੈਗਾ, ਅਸੀਂ ਸੰਵਿਧਾਨ ਦੀ ਰੱਖਿਆ ਕਰਨੀ ਹੈਗੀ ਹੈ। ਇਹ ਦਿਨ ਸਾਡੇ ਲਈ ਬੜਾ ਅਹਿਮ ਹੈ। ਇਸੇ ਦਿਨ ਨੇ ਸਾਨੂੰ ਇੱਥੇ ਬੈਠਣ ਦੀ ਵੀ ਇਜਾਜ਼ਤ ਦਿੱਤੀ ਹੋਈ ਹੈ। ਰਾਈਟ ਟੂ ਐਜੀਟੇਟ ਵੀ ਉਸੇ ਸੰਵਿਧਾਨ ਨੇ ਦਿੱਤਾ ਹੈ। ਅਤੇ ਜੇ ਉਹ ਲੋਕ, ਉਹਨਾਂ ਕੋਲ ਟਰੈਕਟਰ ਹੀ ਨੇ ਨਾ, ਤਾਂ ਹਾਲੀ ਨੇ, ਅਤੇ ਟਰੈਕਟਰ 'ਤੇ ਜਾਣਗੇ ਨਾ, ਉਹ ਤਿਰੰਗਾ ਹੋਏਗਾ, ਟਰੈਕਟਰ ਤਿਰੰਗਾ ਹੋਏਗਾ। ਦੇਸ਼ ਨੂੰ ਉਹ ਜੋੜਨ ਦੀ ਗੱਲ ਕਰ ਰਹੇ ਨੇ, ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ। ਉਹਦੇ 'ਚ ਕਿਹੜਾ ਗੈਰ ਕਾਨੂੰਨੀ ਕੰਮ ਹੈ? ਮੈਂ ਕਹਿੰਦਾ, ਜੇ ਵੈਸੇ ਮੇਰੀ ਕਾਮਨਾ ਕਿ 26 ਜਨਵਰੀ ਤੋਂ ਪਹਿਲੇ ਫੈਸਲਾ ਹੋ ਜਾਵੇ। ਜੇ ਹੋ ਵੀ ਜਾਂਦਾ ਤਾਂ ਪਰੇਡ 26 ਜਨਵਰੀ 2021 ਨੂੰ ਹੋਣੀ ਚਾਹੀਦੀ ਹੈ, ਔਰ ਇਹ ਦੇਸ਼ ਨੂੰ ਜੋੜੇਗੀ, ਤੋੜੇਗੀ ਨਹੀਂ। ਮੈਂ ਕਹਿੰਦਾ ਕਿ ਇਹ ਜਿਹੜੇ ਲੋਕ ਨੇ, ਇਹ ਕਾਮੇ ਲੋਕ ਨੇ ਸਾਰੇ, ਇਹ ਆਪਾਂ ਇਹ ਨਾ ਕਰੀਏ ਕਿ ਇੰਡੀਆ ਗੇਟ 'ਤੇ ਇੱਕ ਰਾਸ਼ਟਰਪਤੀ ਭਵਨ ਤੱਕ ਕਰਕੇ ਪਰੇਡ 'ਤੇ ਕਹਿ ਦਈਏ ਕਿ ਸੰਵਿਧਾਨ ਲੱਗੋ। ਇਹ ਪਰੇਡ ਹੋਣ ਦਿਓ। ਇਟਸ ਡੇ ਆਫ ਸੈਲੀਬ੍ਰੇਸ਼ਨ ਫਾਰ ਆਲ ਆਫ ਅਸ, ਫਾਰ ਆਲ ਇੰਡੀਅਨ। ਅਤੇ ਇਹ ਪਰੇਡ ਅਗਰ ਨਿਕਲਦੀ ਹੈ ਅਤੇ ਇੱਕ ਨਵਾਂ ਆਗਾਜ਼ ਹੋਣ ਵਾਲਾ ਪਰੇਡ ਦਾ ਵੀ, ਜਿਹੜਾ ਫਿਰ ਉੱਥੇ ਇਕੱਲਾ ਹਰ ਸਾਲ ਦਿੱਲੀ ਨਹੀਂ ਨਿਕਲੇ ਕਰੇਗਾ, ਹਰ ਸ਼ਹਿਰ 'ਚ ਨਿਕਲਿਆ ਜਾਏਗਾ। ਉਹਦੇ ਦੇਸ਼ ਨੂੰ ਜੋੜਨ ਦਾ ਕੰਮ ਕਰੇਗਾ, ਸੰਵਿਧਾਨ ਨੂੰ ਅੱਗੇ ਹੋਰ ਪੁਖਤਾ ਕਰਨ ਦਾ ਕੰਮ ਜੋੜੇਗਾ। ਇਹਦੇ 'ਚ ਕੁਛ ਵੀ ਬੁਰਾ ਨਹੀਂ ਹੈ। ਔਰ ਮੇਰੀ ਕਾਮਨਾ ਹੈ ਕਿ ਫੈਸਲਾ ਚਲੋ ਵੱਖਰੀ ਗੱਲ ਹੈ, ਹੋ ਜਾਏਗਾ, ਉਮੀਦ ਹੈ ਮੈਨੂੰ ਹੋ ਜਾਏਗਾ। ਜੇ ਹੋ ਵੀ ਜਾਂਦਾ ਤਾਂ 26 ਜਨਵਰੀ ਦੀ ਪਰੇਡ ਜਿਹੜੀ ਹੈਗੀ ਹੈ, ਜਿਹੜਾ ਸ਼ੋਅ ਆਫ ਸਟਰੈਂਥ ਹੈਗਾ ਸੰਵਿਧਾਨ ਦੇ ਪ੍ਰਤੀ, ਇਹ ਤਾਂ ਜਾਰੀ ਰਹਿਣਾ ਚਾਹੀਦਾ ਹੈਗਾ, ਤਾਂ ਕਿ ਸਾਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਇਸ ਦੇਸ਼ ਦੇ ਅਸਲੀ ਵਾਰਿਸ ਕੌਣ ਨੇ ਅਤੇ ਉਹਨਾਂ ਦਾ ਕਿੰਨਾ ਕੁ ਸਟੇਕ ਹੈਗਾ ਸੰਵਿਧਾਨ ਦੇ ਵਿੱਚ। ਮੇਰੀ ਦਿਲੀ ਕਾਮਨਾ। ਔਰ ਜੇ ਰੱਬ ਨੇ ਚਾਹਿਆ ਅਤੇ ਜੇ ਸਾਰਾ ਕੁਛ ਹੁੰਦਾ ਤਾਂ ਜਾਵਾਂਗੇ ਆਪਾਂ ਵੀ, ਆਪਾਂ ਸਾਰੇ ਇਕੱਠੇ। ਡਰਦੀ ਕਿਉਂ ਨਹੀਂ ਹੈ? ਜਦ ਸੰਵਿਧਾਨ ਹੀ ਲੋਕਾਂ ਦੀ ਰੱਖਿਆ ਕਰਦਾ ਅਤੇ ਡਰਦੀ ਕਿਉਂ? ਕਿਉਂਕਿ ਲੋਕਾਂ ਨੇ ਤਾਂ ਸਰਕਾਰ ਚੁਣੀ ਹੈ ਜੀ। ਕੋਈ ਵੀ ਸਰਕਾਰ ਨੂੰ ਉਸ ਤੋਂ ਡਰਨ ਦੀ ਕੀ ਲੋੜ ਹੈ? ਕਿਉਂ ਡਰਦੇ ਨੇ? ਡਰਦਾ ਕੌਣ ਹੈ? ਬੰਦਾ ਜਿਹਦੇ ਮਨ ਦੇ ਵਿੱਚ ਕੁਛ ਹੋਰ ਹੁੰਦਾ। ਅਤੇ ਮੈਂ ਇਹੀ ਕਹਾਂਗਾ ਕਿ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਚੱਲਦੇ ਪਏ ਨੇ ਦਿਮਾਗ ਦੇ ਵਿੱਚ। ਜਦੋਂ ਉਹਨਾਂ ਨੇ ਕਿਹਾ ਹੈ, ਇੰਨੇ ਦਿਨਾਂ ਤੋਂ ਆਪਾਂ ਨਹੀਂ ਦੇਖਿਆ ਸਰਕਾਰ ਨੇ ਕਿ ਕਿੰਨਾ ਪੀਸਫੁਲੀ, ਮੇਰਾ ਖਿਆਲ ਇੰਡੀਆ ਦੇ ਇਤਿਹਾਸ ਦੇ ਵਿੱਚ ਇੰਨਾ ਪੀਸਫੁਲ ਜਿਹੜਾ ਹੈਗਾ, ਜਿਹੜੀ ਇੱਕ ਐਜੀਟੇਸ਼ਨ ਹੈ, ਆਪਣੇ ਹੱਕਾਂ ਦੀ ਲੜਾਈ ਨਹੀਂ ਹੋਈ ਹੈਗੀ, ਜਿਹਦੇ 'ਚ ਮਤਲਬ ਇੰਨੇ ਸਮੇਂ ਤੋਂ ਬੈਠੇ ਲੋਕ, ਉਦੋਂ ਉਹਨਾਂ ਦੀ ਇੱਕ ਮਿਕਤਾ, ਇੱਕ ਨੌਨ ਪਾਰਟੀਸ਼ਨ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਪਾਰਟੀ ਦਾ ਇਹਨਾਂ ਨੂੰ ਲੈਣਾ ਨਹੀਂ, ਕਿਸੇ ਪਾਰਟੀ ਦਾ ਝੰਡਾ ਨਹੀਂ, ਸਿਰਫ ਇਸ਼ੂ ਬੇਸ ਜਿਹੜਾ ਹੈਗਾ ਸਾਰੇ ਹੈਗੇ ਆ। ਅਤੇ ਜੇ ਇਹ ਪਰੇਡ ਹੁੰਦੀ ਹੈ ਅਤੇ ਅਸੀਂ ਸੰਵਿਧਾਨ ਪ੍ਰਤੀ ਜਿਹੜੀ ਨਿਸ਼ਚਾ ਹੈ, ਦੁਬਾਰਾ ਉਹਨੂੰ ਅਸੀਂ ਰੀਟਰੇਟ ਕਰਦੇ ਨੇ, ਅਸੀਂ ਸਾਰੇ ਲੋਕ। ਕਿਸਾਨ ਪਰੇਡ ਕਰ, ਦੀ ਲੋੜ ਕੀ ਹੋਵੇ? ਸ਼ਾਨ ਵਧੇਗੀ, ਸ਼ਾਨ ਵਧੇਗੀ, ਦੇਸ਼ ਦਾ ਮਾਣ ਦੁਨੀਆ ਦੇ ਵਿੱਚ ਵਧੇਗਾ। ਦੇਸ਼ 'ਚ ਕਿਉਂ, ਦੁਨੀਆ 'ਚ ਕਿਉਂ ਘਟੇਗਾ? ਸਰਕਾਰਾਂ ਕਿਉਂ ਸਰ ਇੰਨਾ ਨੈਗੇਟਿਵ ਸੋਚਣਾ ਹੋ ਜਾਂਦੀਆਂ? ਕਿਉਂ ਨੈਗੇਟਿਵ ਸੋਚਦੀ ਸਰਕਾਰ? ਮੇਰਾ ਇਹ ਖਿਆਲ ਹੈ ਕਿ ਇਹਦੇ ਪੋਲੀਟੀਕਲ ਰੀਜ਼ਨ ਹੀ ਹੈ ਨੇ। ਪਾਰਟੀਆਂ ਆਪਣੇ ਪੋਲੀਟੀਕਲ ਮੁਫਾਦ ਵਾਸਤੇ ਇਹ ਸਾਰਾ ਕੁਝ ਕਰਦੀਆਂ ਨੇ ਕਿ ਸ਼ਾਇਦ ਇਹ ਸ਼ੋਅ ਸਟਰੈਂਥ ਜਿਹੜਾ ਸਾਡੇ ਵੋਟ ਬੈਂਕ ਨੂੰ ਨਾ ਖੋਰਾ ਲਾਏ, ਹੋਰ ਕੁਝ ਵੀ ਨਹੀਂ ਹੈ। 26 ਜਨਵਰੀ ਦੀ ਪਰੇਡ ਜਿੱਥੇ ਸਾਡੇ ਡਿਫੈਂਸ ਫੋਰਸਿਸ ਆਪਣਾ ਸ਼ੋਅ ਸਟਰੈਂਥ ਕਰਨਗੇ, ਸੰਵਿਧਾਨ ਦੇ ਪ੍ਰਤੀ ਨਿਸ਼ਠਾ ਪ੍ਰਗਟ ਕਰਨਗੇ, ਉੱਥੇ ਅਗਰ ਕਿਸਾਨ ਵੀ ਇਹ ਰੈਲੀ ਕੱਢ ਕੇ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਜਾਰੀ ਕਰਦੇ ਤਾਂ ਬੁਰਾ ਤਾਂ ਕੁਝ ਵੀ ਨਹੀਂ ਹੈਗਾ। ਦੋਨੋਂ ਇੱਕੋ ਹੀ ਕੰਮ ਕਰਦੇ ਪਏ ਨੇ। ਬਾਬਾ ਮਿਹਰਬਾਨੀ। ਜਿੱਥੋਂ ਤੱਕ ਕਿਸਾਨਾਂ ਦਾ ਮਸਲਾ, ਜਾਂ ਕਿਸਾਨਾਂ ਵੱਲੋਂ ਜਿਹੜੀ 26 ਤਰੀਕ ਨੂੰ ਟਰੈਕਟਰ ਮਾਰਚ ਕਰਨਾ ਜਾਂ ਟਰੈਕਟਰ ਪਰੇਡ ਕਰਨੀ ਹੈਗੀ ਹੈ, ਉਹਦੇ ਨਾਲ ਦੇਸ਼ ਦੀ ਸ਼ਾਨ ਵਧੇਗੀ। ਕਿਉਂਕਿ ਸੰਵਿਧਾਨ ਜਿਹੜਾ ਦੇਸ਼ ਦਾ 26 ਤਰੀਕ ਨੂੰ ਅਸੀਂ ਮਨਾਉਣਾ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ, ਉਹ ਭਾਰਤ ਦੇ ਲੋਕਾਂ ਵਾਸਤੇ ਨੇ, ਅਤੇ ਸਰਕਾਰ ਵੀ ਅਸੀਂ ਚੁਣਦੇ ਨੇ। ਅਤੇ ਸ਼ਾਇਦ ਸਰਕਾਰਾਂ ਪਤਾ ਨਹੀਂ ਕਿਉਂ ਭੁੱਲ ਜਾਂਦੀਆਂ, ਲੇਕਿਨ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਜਾਂ ਕਿਸਾਨਾਂ ਦੀ ਜਿਹੜੀ ਨਸਲ ਅਤੇ ਫਸਲ ਦਾ ਸਵਾਲ ਆ, ਉਹ ਪੂਰੇ ਦੇਸ਼ ਦੀ ਨਸਲ ਅਤੇ ਫਸਲ ਦਾ ਸਵਾਲ ਆ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਬੀ, ਨਿਊਜ਼ ਚੰਡੀਗੜ੍ਹ।